TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਖਬਰਾਂ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰੀਏ। ਮੈਕਸੀਕੋ ਵਿੱਚ ਗੋਲੀਬਾਰੀ ਕਾਰਨ 20 ਲੋਕਾਂ ਦੀ ਹੋਈ ਮੌਤ। ਬੰਗਾਲ ਵਿਧਾਨ ਸਭਾ ਵਿੱਚ ਹੰਗਾਮਾ, ਥੱਪੜੋ ਥੱਪੜੀ ਅਤੇ ਕੁੜਤੋ ਕੁੜਤੀ ਹੋਏ ਵਿਧਾਇਕ। ਕੈਪਟਨ ਚੰਡੀਗੜ੍ਹ ਦੇ ਫੈਸਲੇ ਬਾਬਤ ਕੇਂਦਰ ਦੇ ਹੱਕ 'ਚ ਖੜਿਆ। ਕਿਸਾਨ ਆਗੂ ਰਾਕੇਸ਼ ਟਕੈਤ ਨੂੰ ਮਿਲੀ ਫਿਰ ਤੋਂ ਜਾਨੋਂ ਮਾਰਨ ਦੀ ਧਮਕੀ। ਮੰਡੀਆਂ ਵਿੱਚ ਰੁਲਣ ਦਾ ਜ਼ਮਾਨਾ ਗਿਆ, ਪੁੱਤਾਂ ਵਾਂਗ ਪਾਲੀ ਫਸਲ ਦਾ ਇੱਕ ਇੱਕ ਦਾਣਾ ਚੁੱਕਾਂਗੇ, ਪ੍ਰਬੰਧ ਮੁਕੰਮਲ, ਆਖਿਆ ਭਗਵੰਤ ਮਾਨ ਨੇ। ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਕੀਤੀਆਂ ਜਾਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹ ਸਾਰੀਆਂ ਜਾਣਕਾਰੀਆਂ ਤੁਹਾਡੇ ਹਵਾਲੇ ਕਰਦੇ ਹਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਇੱਕ ਤਾਂ ਆਪਣਾ ਫੇਸਬੁੱਕ ਪੇਜ ਹੈ TBN ਕੈਨੇਡਾ, ਜੇਕਰ ਹਾਲੇ ਤੱਕ ਲਾਈਕ ਨਹੀਂ ਕੀਤਾ ਕਿਰਪਾ ਕਰਕੇ ਲਾਈਕ ਕਰਕੇ ਉਹਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਪ੍ਰੋਗਰਾਮ ਦੇਖਣ ਸੁਣਨ ਤੋਂ ਬਾਅਦ ਜੇਕਰ ਚੰਗਾ ਲੱਗਿਆ ਅੱਗੇ ਭੇਜ ਜ਼ਰੂਰ ਦਿਓ। ਤੇ ਨਾਲ ਹੀ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਸਭ ਤੋਂ ਪਹਿਲਾਂ ਤਾਂ ਇਹ ਕਿ ਮੈਕਸੀਕੋ ਇੱਕ ਇਸ ਤਰ੍ਹਾਂ ਦਾ ਮੁਲਕ ਹੈ ਜਿੱਥੇ ਗੈਂਗਸਟਰ ਵੱਡੀ ਗਿਣਤੀ ਵਿੱਚ ਨੇ ਅਤੇ ਇੱਕ ਦੂਸਰੇ ਨਾਲ ਉਹ ਮਾਰ ਧਾੜ ਵੀ ਕਰਦੇ ਰਹਿੰਦੇ ਨੇ। ਤੇ ਹੁਣ ਤੋਂ ਕੁਝ ਘੰਟੇ ਪਹਿਲਾਂ ਜਾਣਕਾਰੀ ਮਿਲੀ ਹੈ ਕਿ ਉੱਥੇ ਗੋਲੀਬਾਰੀ ਹੋਈ ਅਤੇ 20 ਲੋਕਾਂ ਦੀਆਂ ਜਾਨਾਂ ਚਲੇ ਗਈਆਂ ਨੇ। ਇਹ ਜਾਣਕਾਰੀ ਸਟੇਟ ਅਟਾਰਨੀ ਜਨਰਲ ਦਫ਼ਤਰ, ਜਿਸ ਨੂੰ FG ਕਹਿੰਦੇ ਨੇ, ਉਹਨਾਂ ਨੇ ਇੱਕ ਅਧਿਕਾਰਤ ਬਿਆਨ ਦੇ ਵਿੱਚ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਐਤਵਾਰ ਦੀ ਰਾਤ ਉੱਥੋਂ ਦਾ ਸਥਾਨਕ ਸਮਾਂ ਰਾਤ ਦੇ ਤਕਰੀਬਨ 10:30 ਵਜੇ ਸੀ। ਸਰਕਾਰੀ ਵਕੀਲ ਦੇ ਦਫ਼ਤਰ ਨੂੰ ਮਿਕੋਆਕਨ ਰਾਜ ਦੇ ਲਾਸ ਤੰਜਾਸ ਸ਼ਹਿਰ ਦੇ ਇੱਕ ਤਿਉਹਾਰ ਦੇ ਆਯੋਜਨ ਦੇ ਵਿੱਚ ਪਤਾ ਲੱਗਿਆ ਕਿ ਗੋਲੀ ਚੱਲ ਗਈ। ਫਾਇਰ ਖੋਲ੍ਹ ਦਿੱਤਾ ਤੇ ਅਣਗਿਣਤ ਗੋਲੀਆਂ ਦੀ ਵਾਛੜ ਕਰ ਦਿੱਤੀ ਗਈ। ਉਹਦੇ ਵਿੱਚ 20 ਲੋਕਾਂ ਦੀ ਜਾਨ ਗਈ ਹੈ। ਉਸ ਸੀਨ ਦੇ ਉੱਤੇ ਐਕਸਪਰਟ ਵੀ ਪਹੁੰਚੇ ਹੋਏ ਸੀ ਤੇ ਹੋਰ ਟੀਮਾਂ ਵੀ ਪਹੁੰਚੀਆਂ ਹੋਈਆਂ ਸੀ ਅਤੇ ਨਾਲ ਐਂਬੂਲੈਂਸਸ ਵੀ ਪਹੁੰਚ ਗਈਆਂ ਸਨ। ਤੇ ਘਟਨਾ ਸਥਾਨ ਤੋਂ 20 ਲੋਕ ਉੱਥੇ ਮ੍ਰਿਤਕ ਮਿਲੇ ਜਿਹੜੇ ਗੋਲੀਆਂ ਨਾਲ ਵਿੰਨੇ ਪਏ ਸੀ। ਮਰਨ ਵਾਲਿਆਂ ਵਿੱਚ 17 ਆਦਮੀ ਦੱਸੇ ਗਏ ਨੇ ਤੇ 3 ਮਹਿਲਾਵਾਂ ਦੱਸੀਆਂ ਗਈਆਂ ਨੇ। 4 ਵਿਅਕਤੀ ਹਾਲੇ ਹੋਰ ਵੀ ਗੰਭੀਰ ਜ਼ਖਮੀ ਦੱਸੇ ਗਏ ਨੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਗੋਲੀ ਕਿਉਂ ਚੱਲੀ, ਇਹਦੇ ਕਾਰਨਾਂ ਦੀ ਭਾਵੇਂ ਹਾਲੇ ਜਾਂਚ ਕੀਤੀ ਜਾ ਰਹੀ ਹੈ, ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਅਮਰੀਕਾ ਦੇ ਵਿੱਚ ਗੈਂਗਸਟਰ ਤੇ ਨਸ਼ਾ ਤਸਕਰ ਬਹੁਤ ਨੇ। ਵੱਡੇ ਪੈਮਾਨੇ ਤੇ ਉੱਥੇ ਡਰੱਗ ਦਾ ਧੰਦਾ ਕੀਤਾ ਜਾਂਦਾ ਹੈ। ਅਕਸਰ ਮੈਕਸੀਕੋ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ। ਮੈਕਸੀਕੋ ਦੇ ਵਿੱਚ ਮਾਸ ਸ਼ੂਟਿੰਗ ਦੀ ਇਹ ਬਹੁਤ ਵੱਡੀ ਖਬਰ ਹੈ ਜਿਹਨੇ 20 ਜਾਨਾਂ ਲੈ ਲਈਆਂ ਨੇ। ਅਗਲੀ ਜਿਹੜੀ ਖਬਰ ਹੈ, ਇੱਕ ਪਾਸੇ ਜਦੋਂ ਪੜ੍ਹਾਇਆ ਜਾਂਦਾ ਸੀ ਰਾਜਨੀਤੀ ਸ਼ਾਸਤਰ, ਜਾਂ ਅਕਸਰ ਆਪਾਂ ਗੱਲ ਕਰਦੇ ਹਾਂ, ਕਹਿੰਦੇ ਹੁੰਦੇ ਨੇ ਭਾਈ ਕਿ ਜੋ ਪਾਰਲੀਮੈਂਟਰੀ ਲੈਂਗੁਏਜ ਆ ਉਹ ਬੋਲਣੀ ਚਾਹੀਦੀ ਹੈ। ਵਿਧਾਨ ਸਭਾ ਦੇ ਵਿੱਚ ਮਰਿਆਦਾ ਦਾ ਖਿਆਲ ਰੱਖਿਆ ਜਾਂਦਾ ਹੈ, ਪਰ ਪੱਛਮੀ ਬੰਗਾਲ ਦੀ ਵਿਧਾਨ ਸਭਾ ਦੇ ਵਿੱਚੋਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਲੱਗਦਾ ਕਿ ਇਹਨਾਂ ਨੂੰ ਮਰਿਆਦਾ ਦਾ ਕੋਈ ਖਿਆਲ ਨਹੀਂ। ਸੋਮਵਾਰ ਦਾ ਦਿਨ ਸੀ, ਪੱਛਮੀ ਬੰਗਾਲ ਦੀ ਵਿਧਾਨ ਸਭਾ ਦੇ ਵਿੱਚ ਹੰਗਾਮੇ ਹੋਏ। ਮਰਿਆਦਾ ਨੂੰ ਤਾਰ-ਤਾਰ ਕੀਤਾ ਕਿਸੇ ਬਾਹਰਲੇ ਵਿਅਕਤੀ ਨੇ ਨਹੀਂ, ਉਹਨਾਂ ਨੇ ਕੀਤਾ ਜਿਨ੍ਹਾਂ ਨੂੰ ਚੁਣ ਕੇ ਤੁਸੀਂ ਭੇਜਿਆ, ਵਿਧਾਇਕਾਂ ਨੇ। ਭਾਰਤੀ ਜਨਤਾ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਆਪਸ ਦੇ ਵਿੱਚ ਝਗੜੇ। ਇਹਨਾਂ ਝੜਪਾਂ ਦੇ ਦਰਮਿਆਨ ਦੋਵਾਂ ਧਿਰਾਂ ਦੇ ਵਿਧਾਇਕ ਘਸੁੰਨ ਮੁੱਕੀ ਹੋਏ, ਕੁੱਟ-ਕੁਟਾਪਾ ਹੋਇਆ, ਇੱਥੋਂ ਤੱਕ ਕਿ ਇੱਕ ਦੂਸਰੇ ਦੇ ਕੱਪੜੇ ਤੱਕ ਪਾੜ ਦਿੱਤੇ, ਕੁੜਤੋ ਕੁੜਤੀ ਵੀ ਹੋ ਗਏ, ਥੱਪੜੋ ਥੱਪੜੀ ਤੱਕ ਆਮ ਹੁੰਦੇ ਸੀ। ਇਸ ਹੰਗਾਮੇ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਨੇ ਭਾਜਪਾ ਦੇ ਸ਼ਿਵੇਂਦੂ ਅਧਿਕਾਰੀ ਸਮੇਤ 5 ਭਾਜਪਾ ਵਿਧਾਇਕਾਂ ਨੂੰ ਅਗਲੀ ਸੂਚਨਾ ਭਾਵ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ। ਜਾਣਕਾਰੀ ਦੇ ਅਨੁਸਾਰ ਇਸ ਹੰਗਾਮੇ ਕਾਰਨ TMC ਵਿਧਾਇਕ ਨੇ ਇੱਕ ਮਜ਼ੂਮਦਾਰ ਉਹ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਹੈ। ਤੇ ਦੂਸਰੇ ਪਾਸੇ ਭਾਜਪਾ ਨੇ ਸੱਤਾਧਾਰੀ ਧਿਰ ਤੇ ਦੋਸ਼ ਲਗਾਏ ਨੇ ਕਿ TMC ਦੇ ਵਿਧਾਇਕਾਂ ਨੇ ਸੁਰੱਖਿਆ ਅਧਿਕਾਰੀਆਂ ਦੇ ਨਾਲ ਮਿਲ ਕੇ ਭਾਜਪਾ ਵਿਧਾਇਕਾਂ ਤੇ ਹਮਲਾ ਕੀਤਾ। ਤੇ ਦੂਸਰੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਘਟਨਾ ਦੇ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ, ਜਦੋਂ ਕਿ ਵਿਧਾਨ ਸਭਾ ਦੇ ਸਪੀਕਰ ਦਾ ਕਹਿਣਾ ਹੈ ਕਿ ਵਿਧਾਨ ਸਭਾ ਦੇ ਵਿੱਚ ਜਿਹੜੀ ਇਹ ਕਾਰਵਾਈ ਹੋਈ ਹੈ ਮਾੜੀ ਹੋਈ ਹੈ, ਅਤ ਨਿੰਦਣਯੋਗ ਹੈ, ਕਿਉਂਕਿ ਵਿਧਾਇਕ ਵਿਧਾਨ ਸਭਾ ਦੀ ਮਰਿਆਦਾ ਦਾ ਖਿਆਲ ਖੁਦ ਨਹੀਂ ਰੱਖ ਰਹੇ ਤੇ ਲੋਕਾਂ ਨੂੰ ਕੀ ਕਹਿਣਗੇ। ਵਿਧਾਨ ਸਭਾ ਦੇ ਮਹੱਤਵ ਨੂੰ ਨਹੀਂ ਸਮਝਦੇ ਤੇ ਲੋਕਾਂ ਨੂੰ ਕੀ ਸਮਝਾਉਣਗੇ। ਉਹਨਾਂ ਦਾ ਮਕਸਦ ਕਹਿੰਦੇ ਕੇਵਲ ਤੇ ਕੇਵਲ ਕਈ ਵਿਧਾਇਕ ਨੇ
ਵਿਧਾਨ ਸਭਾ ਦੇ ਵਿੱਚ ਆ ਕੇ ਆਪਣੇ ਹਲਕੇ ਦੇ ਲੋਕਾਂ ਦੀ ਗੱਲ ਜਾਂ ਮੁੱਦੇ ਚੁੱਕਣਾ ਨਹੀਂ। ਉਹਨਾਂ ਦਾ ਕੰਮ ਸਿਰਫ ਤੇ ਸਿਰਫ ਆ ਕੇ ਵਿਧਾਨ ਸਭਾ 'ਚ ਹੰਗਾਮੇ ਕਰਨਾ ਹੈ। ਭਾਜਪਾ ਦੇ ਵਿਧਾਇਕਾਂ ਦਾ ਕਹਿਣਾ ਹੈ ਕਿ ਉਹ ਵੀਰ ਭੂਮ ਹਿੰਸਾ ਮਾਮਲੇ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਆ ਕੇ ਬਹਿਸ ਦੀ ਮੰਗ ਕਰ ਰਹੇ ਸੀ। ਜਦੋਂ ਇਸ ਮਸਲੇ ਤੇ ਮਮਤਾ ਬੈਨਰਜੀ ਮੁੱਖ ਮੰਤਰੀ ਨੂੰ ਪੁੱਛਿਆ ਗਿਆ, ਉਹ ਕਹਿੰਦੇ ਇਸ ਹਿੰਸਾ ਮਾਮਲੇ ਵਿੱਚ ਤ੍ਰਿਣਮੂਲ ਕਾਂਗਰਸ ਦੀ ਕੋਈ ਭੂਮਿਕਾ ਨਹੀਂ, ਉਹਦੇ ਪਿੱਛੇ ਕੋਈ ਹੋਰ ਸਾਜ਼ਿਸ਼ ਹੋ ਸਕਦੀ ਹੈ ਤੇ ਇਸ ਮਸਲੇ ਦੀ ਉਹ ਕਹਿੰਦੇ ਸੀਬੀਆਈ ਜਾਂਚ ਕਰ ਰਹੀ ਹੈ ਤੇ ਦੱਸੋ ਅਸੀਂ ਹੋਰ ਕੀ ਕਰੀਏ। ਜੋ ਵੀ ਹੋਇਆ ਘਟਨਾਕ੍ਰਮ ਜਿਵੇਂ ਮਰਜ਼ੀ ਵਾਪਰਿਆ, ਪਰ ਇਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਕਿ ਵਿਧਾਨ ਸਭਾ ਦੇ ਵਿੱਚ ਚੁਣੀ ਹੋਈ ਆਵਾਜ਼, ਚੁਣੇ ਹੋਏ ਵਿਧਾਇਕ ਇੱਕ ਦੂਸਰੇ ਨਾਲ ਤਰਕ ਤੇ ਦਲੀਲ ਨਾਲ ਗੱਲ ਵੀ ਨਾ ਕਰ ਸਕਦੇ ਹੋਣ। ਥੱਪੜ, ਗਾਲਾਂ, ਝਗੜੇ, ਕੁੜਤੋ ਕੁੜਤੀ ਉੱਥੇ ਹੋਇਆ ਜਾਂਦਾ ਹੈ ਜਿੱਥੇ ਦਲੀਲ ਮੁੱਕ ਜਾਂਦੀ ਹੈ। ਤੇ ਹੁਣ ਅਗਲੀ ਜਿਹੜੀ ਖਬਰ ਹੈ, ਹੁਣ ਤੁਸੀਂ ਵੇਖ ਲਿਓ ਕਿ ਪੰਜਾਬ ਦਾ ਤੇ ਪੰਜਾਬੀਅਤ ਦਾ ਪਹਿਰੇਦਾਰ ਕੌਣ ਹੈ, ਰਾਖਾ ਕੌਣ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਨੂੰ ਵੀ ਉਹਨਾਂ ਨੇ ਸਾਫ਼ ਆਖ ਦਿੱਤਾ ਹੈ ਕਿ ਕੇਂਦਰ ਸ਼ਾਸਤ ਪ੍ਰਦੇਸ਼ ਭਾਵ ਚੰਡੀਗੜ੍ਹ ਦੇ ਵਿੱਚ ਜਿਹੜੇ ਸਰਕਾਰੀ ਮੁਲਾਜ਼ਮ, ਉਹਨਾਂ ਦੀ ਗਿਣਤੀ ਤਕਰੀਬਨ 23,000 ਹੈ। ਬੀਤੇ ਦਿਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੇ ਕਹਿ ਗਏ ਸੀ ਕਿ ਹੁਣ ਪੰਜਾਬ ਦਾ ਇਹਨਾਂ ਤੇ ਕਾਨੂੰਨ ਨਹੀਂ ਲਾਗੂ ਹੋਊਗਾ। ਅੱਜ ਤੱਕ ਪੰਜਾਬ ਦਾ ਲਾਗੂ ਹੁੰਦਾ ਸੀ ਕਿ ਨੋਟੀਫਿਕੇਸ਼ਨ ਜਾਰੀ ਕਰ ਦੇਣਾ, ਇਹਨਾਂ ਤੇ ਕਾਨੂੰਨ ਹੁਣ ਕੇਂਦਰ ਦਾ ਲਾਗੂ ਹੋਊ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਕੇਂਦਰ ਸਰਕਾਰ ਦੇ ਇਹ ਜਿਹੜੇ ਰੂਟੀਨ ਦੇ ਪ੍ਰਸ਼ਾਸਨਿਕ ਫੈਸਲੇ ਨੇ ਤੇ ਆਮ ਆਦਮੀ ਪਾਰਟੀ ਤੇ ਉਹਦੇ ਆਗੂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਨੇ, ਇਹ ਦੋਸ਼ ਲਾਏ ਨੇ। ਉਹਨਾਂ ਨੇ ਇਸ ਗੱਲ ਦੀ ਆਲੋਚਨਾ ਕੀਤੀ ਹੈ। ਇੱਕ ਬਿਆਨ ਦੇ ਵਿੱਚ ਕੈਪਟਨ ਨੇ ਇਹ ਵੀ ਆਖਿਆ ਕਿ ਕਰਮਚਾਰੀਆਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਸੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪੰਜਾਬ ਦੇ ਹੀ ਹੈ। ਪਰ ਹੁਣ ਇੱਥੇ ਟਿੱਪਣੀ ਕਰਦੇ ਹਾਂ ਕਿ ਜਦੋਂ ਕੋਈ ਮੰਗ ਉੱਠਦੀ ਹੈ, ਲੋਕ ਧਰਨੇ ਲਾਉਂਦੇ ਨੇ, ਲੋਕ ਮੁਜ਼ਾਹਰੇ ਕਰਦੇ ਆ, ਲੋਕ ਮੈਮੋਰੰਡਮ ਦਿੰਦੇ ਆ, ਕੈਪਟਨ ਸਾਹਿਬ ਦੱਸ ਦਿਓ ਕਿੱਦਣ ਧਰਨਾ ਲੱਗਿਆ ਸੀ, ਕਿਹਾ ਮੰਗ ਸਾਡੀ ਹੈ। ਪਰ ਜੇ ਸੱਚਮੁੱਚ ਧਰਨਾ ਵੀ ਲੱਗਿਆ ਸੀ, ਮੰਗ ਪੱਤਰ ਵੀ ਦਿੱਤੇ ਸੀ, ਤਾਂ ਕੇਂਦਰ ਵਾਲੇ ਇੰਨੇ ਵੀ ਉਹ ਨਹੀਂ ਮੋਮ ਦੇ ਬਣੇ ਹੋਏ ਕਿ ਬੜੀ ਛੇਤੀ ਮੰਨ ਲੈਣ। ਕਿਸਾਨ 382 ਦਿਨ ਬੈਠੇ ਰਹੇ ਨੇ, ਉੱਠ ਕੇ ਵੀ ਆ ਗਿਆ, 4 ਮਹੀਨੇ ਤਕਰੀਬਨ ਹੋ ਗਏ, ਹਲੇ ਵੀ ਮੰਗਾਂ ਪੈਂਡਿੰਗ ਪਈਆਂ ਨੇ। ਉਹਨਾਂ ਨੂੰ ਇੱਧਰ ਵੀ ਕਹਿ ਦਿਓ, ਸੱਚਮੁੱਚ ਜੇ ਕੇਂਦਰ ਇੰਜ ਮੰਗਾਂ ਮੰਨ ਲੈਂਦੀ ਹੈ। ਉਹ ਕਹਿੰਦੇ ਚਾਹੀਦਾ ਤਾਂ ਇਹ ਹੈ ਕਿ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਬਰਾਬਰ ਸਾਰੀਆਂ ਸੇਵਾਵਾਂ, ਜਿਹੜੇ ਲਾਭ ਹੁਣ ਚੰਡੀਗੜ੍ਹ ਵਾਲਿਆਂ ਨੂੰ ਮਿਲਣੇ ਨੇ, ਉਹ ਪੰਜਾਬ ਵਾਲੇ ਵੀ ਦੇਣ ਲੱਗਣ। ਹੁਣ ਜਦੋਂ ਕੇਂਦਰ ਸਰਕਾਰ ਉਹਨਾਂ ਦੀ ਮੰਗ ਮੰਨ ਰਹੀ ਹੈ, ਕਹਿੰਦੇ ਦੱਸੋ ਇਹਦੇ 'ਚ ਗਲਤ ਕੀ ਹੈ। ਚੰਡੀਗੜ੍ਹ ਤੇ ਪੰਜਾਬ ਦਾ ਦਾਅਵਾ ਇਹਦੇ ਨਾਲ ਕਹਿੰਦੇ ਪੇਤਲਾ ਨਹੀਂ ਹੋ ਜਾਂਦਾ। ਇਹ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ। ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਨਾਲ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਆਖਿਆ ਕਿ ਉਹ ਰੂਟੀਨ ਪ੍ਰਸ਼ਾਸਨਿਕ ਮਾਮਲਿਆਂ ਬਾਰੇ ਗਲਤ ਜਾਣਕਾਰੀ ਨਾ ਦੇਣ, ਇਹਨੂੰ ਤੋੜ ਮਰੋੜ ਕੇ ਨਾ ਪੇਸ਼ ਕਰਨ, ਇਹਦੇ ਤੋਂ ਗੁਰੇਜ਼ ਕਰਨ। ਉਹਨਾਂ ਵਿਸ਼ੇਸ਼ ਤੌਰ ਤੇ ਵਿਰੋਧੀ ਧਿਰ ਤੇ ਹੋਰ ਆਗੂਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪ ਦੇ ਜਾਲ 'ਚ ਨਾ ਫਸਣ। ਉਹ ਕਹਿੰਦੇ ਤੁਹਾਨੂੰ ਆਮ ਆਦਮੀ ਪਾਰਟੀ ਸਰਕਾਰ ਗਲਤ ਇਸ ਵਕਤ ਇਨਫੋਰਮੇਸ਼ਨ, ਇਸ ਵਕਤ ਗਲਤ ਜਾਣਕਾਰੀ ਦੇ ਰਹੀ ਹੈ। ਕਹਿੰਦੇ ਹੋਣਾ ਕੀ ਚਾਹੀਦਾ, ਆਮ ਆਦਮੀ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਨੇ ਉਹਨਾਂ ਲਈ ਉਹਨਾਂ ਨੂੰ ਜਵਾਬਦੇਹ ਬਣਾਓ। ਹੁਣ ਦੱਸਣਾ ਬਣਦਾ ਹੈ ਕਿ ਇਹ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਸੀ, ਉਹ ਹੱਕ 'ਚ ਖੜ ਗਏ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਸਰਕਾਰ ਦੇ। ਪਰ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਜਾਂ ਭਾਜਪਾ ਤੋਂ ਇਲਾਵਾ ਪੰਜਾਬ ਦੀ ਕੋਈ ਵੀ ਸਿਆਸੀ ਧਿਰ, ਕੋਈ ਵੀ ਆਗੂ ਕੇਂਦਰ ਦੇ ਇਸ ਫੈਸਲੇ ਨਾਲ ਸਹਿਮਤ ਨਹੀਂ। ਇੱਥੋਂ ਤੱਕ ਕਿ ਅਕਾਲੀ ਦਲ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਅਪੀਲ ਵੀ ਕੀਤੀ ਹੈ। ਇਹਦੇ ਨਾਲ ਅਕਾਲੀ ਦਲ ਨੇ ਇਹ ਵੀ ਆਖਿਆ ਕਿ ਇਸ ਸਮੱਸਿਆ ਦੇ ਬਾਬਤ ਉਹ ਇੱਕ ਵਫਦ ਆਪਣਾ ਰਾਸ਼ਟਰਪਤੀ ਨੂੰ ਮਿਲਣ ਵਾਸਤੇ ਵੀ ਭੇਜਣਗੇ। ਦੱਸਣਾ ਬਣਦਾ ਕਿ ਇਹਦੇ ਤੋਂ ਪਹਿਲਾਂ ਵੀ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਡੱਕਾ ਭਾਜਪਾ ਦੀ ਹੱਕ 'ਚ ਸੁੱਟਿਆ ਹੋਵੇ। ਤੁਹਾਨੂੰ ਸ਼ਾਇਦ ਯਾਦ ਹੋਣਾ ਹੈ ਜਦੋਂ ਕੇਂਦਰ ਨੇ BSF ਦੇ ਅਧਿਕਾਰ ਖੇਤਰ ਨੂੰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਤੱਕ ਕਰ ਦਿੱਤਾ ਸੀ। ਉਸ ਵਕਤ ਵੀ ਸਾਰੀਆਂ ਸਿਆਸੀ ਧਿਰਾਂ ਨੇ ਕੇਂਦਰ ਦੇ ਉਸ ਫੈਸਲੇ ਦੀ ਵਿਰੋਧਤਾ ਕੀਤੀ ਸੀ, ਪਰ ਇਕੱਲੇ ਕੈਪਟਨ ਅਮਰਿੰਦਰ ਸਿੰਘ ਸੀ ਜਿਨ੍ਹਾਂ ਨੇ ਉਸ ਫੈਸਲੇ ਦਾ ਸਵਾਗਤ ਕੀਤਾ ਸੀ। ਪਰ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਜੇਕਰ ਕੋਈ ਪੁੱਛਣ ਵਾਲਾ ਹੋਵੇ ਕਿ ਤੁਹਾਨੂੰ ਪਤਾ ਹੈ ਚੰਡੀਗੜ੍ਹ ਕਿਵੇਂ ਵਸਿਆ ਸੀ, ਪੰਜਾਬ ਦੇ ਪਿੰਡਾਂ ਦੀ ਹਿੱਕ ਤੇ ਵਸਿਆ ਸੀ, ਪੰਜਾਬ ਦੇ 50 ਪਿੰਡ ਉਜਾੜੇ ਗਏ ਸੀ, ਪੰਜਾਬ ਦੇ 50 ਪਿੰਡ ਉਜਾੜ ਕੇ ਫਿਰ ਚੰਡੀਗੜ੍ਹ ਵਸਾਇਆ ਗਿਆ ਸੀ। ਚੰਡੀਗੜ੍ਹ ਤੇ ਕੈਪਟਨ ਅਮਰਿੰਦਰ ਸਿੰਘ
ਕਦੇ ਆਪਣਾ ਹੱਕ ਜਤਾਉਣ ਵਾਲਿਆਂ ਨੂੰ ਦੱਸ ਸਕਦੇ ਹੈ ਕਿ ਕਿਉਂ ਨਾ ਹੱਕ ਜਤਾਇਆ ਜਾਵੇ? ਭਾਜਪਾ ਨਾਲ ਤੁਹਾਡੀ ਸਹਿਮਤੀ ਹੋ ਸਕਦੀ ਹੈ, ਪਰ ਚੇਤੇ ਰੱਖੋ, ਪੰਜਾਬ ਤੇ ਪੰਜਾਬੀ ਤੁਹਾਨੂੰ ਸੰਸਦ ਮੈਂਬਰ ਬਣਾ ਕੇ ਭੇਜਦੇ ਰਹੇ ਹੈ। ਪੰਜਾਬੀਆਂ ਨੇ ਤੁਹਾਨੂੰ ਚੁਣ ਕੇ 2 ਵਾਰੀ ਮੁੱਖ ਮੰਤਰੀ ਦਾ ਤਾਜ ਪਹਿਨਾਇਆ ਹੈ। ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਪਹਿਲੀ ਵਾਰ ਜਦੋਂ ਨਗਲਾ, ਜਿਹੜਾ ਹੁਣ ਚੰਡੀਗੜ੍ਹ ਦਾ ਸੈਕਟਰ 19 ਅਤੇ 7 ਦਾ ਹਿੱਸਾ ਹੈ, ਉੱਥੇ ਆਏ ਸੀ, ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਸੀ ਕਿ ਸ਼ਹਿਰ ਦਾ ਨਾਮ ਚੰਡੀਗੜ੍ਹ ਰੱਖਿਆ ਜਾਏਗਾ, ਪੰਜਾਬੀਆਂ ਦੀ ਸੂਰਬੀਰਤਾ ਨਾਲ ਭਰੀ ਰੂਹ ਦਾ ਪ੍ਰਤੀਕ ਹੋਵੇਗਾ। ਤੇ ਫਿਰ 6 ਜਨਵਰੀ 1999 ਨੂੰ ਇੱਕ ਭਾਸ਼ਣ ਦਿੱਤਾ ਸੀ। ਉਸ ਵਕਤ ਦੇ ਰਾਸ਼ਟਰਪਤੀ ਨਾਰਾਇਣਨ ਸਾਹਿਬ ਨੇ ਕਿਹਾ ਸੀ ਕਿ ਨਹਿਰੂ ਦਾ ਵਿਚਾਰ ਸੀ ਕਿ ਪੰਜਾਬ ਦੀ ਰਾਜਧਾਨੀ ਭਾਰਤੀ ਸੱਭਿਅਤਾ ਦੇ ਸਾਂਚੇ ਦੇ ਵਿੱਚ ਜੜੀ ਜਾਵੇ। ਚੰਡੀਗੜ੍ਹ ਜਿਹੜਾ ਹੈ ਉਹ ਇਹ ਪਤਾ ਲੱਗੇ ਕਿ ਸੱਚਮੁੱਚ ਪੰਜਾਬ ਕਿਹੋ ਜਿਹਾ, ਉਹਦੀ ਰੂਹ ਹੋਵੇ। ਹੁਣ ਜੇ ਚੰਡੀਗੜ੍ਹ ਦੇ ਜਨਮ ਦਾ ਗੱਲ ਕਰਾਂ, ਚੰਡੀਗੜ੍ਹ ਦਾ ਜਨਮ ਜਿਸ ਤਰ੍ਹਾਂ ਆਜ਼ਾਦੀ ਦੇ ਨਾਲ ਖੁਸ਼ੀਆਂ ਵੀ ਨੇ ਤੇ ਪੀੜ ਵੀ ਹੈ, ਉਸੇ ਤਰ੍ਹਾਂ ਦੁਖਾਂਤ ਵੀ ਹੈ ਅਤੇ ਖੁਸ਼ੀ ਵੀ ਹੈ, ਕਿਉਂਕਿ ਪੀੜਾਂ ਦੇ ਵੇਲੇ ਇਸ ਚੰਡੀਗੜ੍ਹ ਦਾ ਜਨਮ ਹੋਇਆ। ਪੰਜਾਬ ਨੇ, ਜੇਕਰ ਆਪਾਂ ਭਾਰਤ ਪਾਕਿਸਤਾਨ ਦੀ ਵੰਡ ਦਾ ਜ਼ਿਕਰ ਕਰੀਏ, ਸਭ ਤੋਂ ਵੱਧ ਪੀੜ ਜੇਕਰ ਕਿਸੇ ਦੇ ਹਿੱਸੇ ਆਈ, ਸਭ ਤੋਂ ਡੂੰਘਾਈ ਦੇ ਨਾਲ ਜੇਕਰ ਕਿਸੇ ਨੇ ਤੀਬਰਤਾ ਦੇ ਨਾਲ ਨੇੜਿਓਂ ਸਭ ਕੁਝ ਤੱਕਿਆ, ਤਾਂ ਪੰਜਾਬ ਨੇ ਤੱਕਿਆ। ਤੇ ਚੰਡੀਗੜ੍ਹ ਪੰਜਾਬ ਦੇ ਲੋਕਾਂ ਦੇ ਉਦਮ ਅਤੇ ਉਹਨਾਂ ਦੇ ਸਿਰੜੀ, ਕਿ ਉਹਨਾਂ ਨੇ ਕਦੇ ਹਾਰ ਨਹੀਂ ਮੰਨੀ, ਉਹਨਾਂ ਦੀ ਰੂਹ ਦਾ ਪ੍ਰਤੀਕ ਹੈ। ਕਹਿਣ ਦਾ ਭਾਵ 1952 ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਸੁਹਿਰਦ ਸਿਆਸਤਦਾਨ ਰਹੇ ਨੇ, ਉਹ ਇਸ ਗੱਲ ਤੇ ਮੋਹਰ ਲਾਉਂਦੇ ਰਹੇ ਹੈ ਕਿ ਚੰਡੀਗੜ੍ਹ ਦਾ ਪੰਜਾਬ ਨਾਲ ਨਾਤਾ ਸੰਜੀਵ ਵੀ ਹੈ ਅਤੇ ਜੀਵੰਤ ਵੀ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਜਾਂ ਤਾਂ ਸ਼ਾਇਦ ਉਹ ਕਦੇ ਪੜ੍ਹਦੇ ਨਹੀਂ, ਜਾਂ ਕਿਸੇ ਚੰਗੇ ਸੱਜਣ ਨੂੰ ਕਦੇ ਉਹ ਸੁਣਦੇ ਨਹੀਂ, ਕਿਉਂਕਿ ਰਾਜਧਾਨੀ ਕਿਸੇ ਸੂਬੇ ਦੇ ਲੋਕਾਂ ਲਈ ਇੱਕ ਇਹੋ ਜਿਹਾ ਪ੍ਰਤੀਕ ਹੁੰਦੀ ਹੈ ਜਿੱਥੇ ਉਹ ਆਪਣੇ ਸੂਬੇ ਦੀ ਸੱਤਾ ਤੇ ਸੱਭਿਆਚਾਰ ਨੂੰ ਊਰਜਾਮਈ ਰੂਪ ਵਿੱਚ ਵੇਖਣਾ ਚਾਹੁੰਦੇ ਹੈ। ਜੋ ਅਹਿਮੀਅਤ ਭਾਰਤ ਲਈ ਦਿੱਲੀ ਦੀ ਹੈ, ਜੋ ਫਰਾਂਸ ਲਈ ਪੈਰਿਸ ਦੀ ਹੈ, ਮਹਾਰਾਸ਼ਟਰ ਲਈ ਮੁੰਬਈ ਦੀ ਹੈ, ਉਹੀ ਮਹੱਤਵ ਪੰਜਾਬ ਲਈ ਚੰਡੀਗੜ੍ਹ ਦਾ ਵੀ ਹੈ। ਉੱਘੇ ਇਤਿਹਾਸਕਾਰ ਅਰਨੋਲਡ ਟੋਨਵੀ ਦਾ ਇੱਕ ਕਹਿਣਾ ਹੈ, ਉਹਨਾਂ ਦਾ ਇੱਕ ਕਥਨ ਹੈ ਕਿ ਰਾਜਧਾਨੀਆਂ ਸਵੈ ਮਾਣ ਲਈ ਬਣਾਈਆਂ ਜਾਂਦੀਆਂ ਨੇ। ਚੰਡੀਗੜ੍ਹ ਪੰਜਾਬੀਆਂ ਦੇ ਸਵੈ ਮਾਣ ਦਾ ਪ੍ਰਤੀਕ ਹੈ, ਕਿਉਂਕਿ ਜਦੋਂ ਚੰਡੀਗੜ੍ਹ ਬਣ ਰਿਹਾ ਸੀ ਤਾਂ ਪੰਜਾਬੀਆਂ ਨੂੰ ਲੱਗਦਾ ਸੀ ਕਿ ਨਵਾਂ ਲਾਹੌਰ ਬਣ ਰਿਹਾ ਹੈ, ਪਰ ਸਮੇਂ ਦੇ ਗੇੜ ਨੇ ਸਾਰੀਆਂ ਗੱਲਾਂ ਭੰਬਲ ਭੂਸਿਆਂ 'ਚ ਪਾ ਕੇ ਰੱਖ ਦਿੱਤੀਆਂ ਨੇ। ਰਹਿੰਦੀ ਕਸਰ ਕੈਪਟਨ ਅਮਰਿੰਦਰ ਸਿੰਘ ਵਰਗੇ ਕੱਢ ਰਹੇ ਹੈ। ਇਬਰਾਹਿਮ ਲਿੰਕਨ ਨੂੰ ਕੌਣ ਨਹੀਂ ਜਾਣਦਾ? ਲਿੰਕਨ ਸਾਹਿਬ ਨੇ ਲਿਖਿਆ ਸੀ ਕਿ ਸੰਕਟ ਵੇਲੇ ਜ਼ਿੰਮੇਵਾਰੀ ਨੂੰ ਤਰਜੀਹ ਮਿਲਣੀ ਚਾਹੀਦੀ ਹੈ। ਤੇ ਹੁਣ ਅਕਲ ਨੂੰ ਹੱਥ ਮਾਰੋ ਕੈਪਟਨ ਸਾਹਿਬ, ਜ਼ਿੰਮੇਵਾਰੀ ਨੂੰ ਤਰਜੀਹ ਦੇਵੋ। ਤੁਹਾਡੇ ਸਿਰ ਪੰਜਾਬੀਆਂ ਨੇ 2 ਵਾਰ ਮੁੱਖ ਮੰਤਰੀ ਦਾ ਤਾਜ ਰੱਖਿਆ, ਉਹਦਾ ਕਰਜ਼ ਚੁਕਾਉਣ ਦਾ ਵੇਲਾ ਹੈ। ਤੁਸੀਂ ਗਵਰਨਰ ਹੀ ਲੱਭ ਰਹੇ ਹੋ, ਗਵਰਨਰ ਹੀ ਤੁਹਾਨੂੰ ਸ਼ਾਇਦ ਮਿਲ ਵੀ ਜਾਵੇ, ਪਰ ਪੰਜਾਬੀਆਂ ਨੂੰ ਪਿੱਠ ਨਾ ਦਿਖਾਓ। ਹੁਣ ਥੋੜੀ ਜਿਹੀ ਗੱਲ ਇਸ ਮਸਲੇ ਤੇ ਹੋਰ ਕਰਦੇ ਹਾਂ। ਚੋਣਾਂ ਹੁਣੀ ਹੋ ਕੇ ਹਟੀਆਂ ਨੇ, ਕੀ ਪੰਜਾਬ ਨਾਲ ਗੁੱਸਾ ਇਹ ਜਾਂ ਪੰਜਾਬ ਨੂੰ ਇਹ ਤੋਹਫਾ ਹੈ? ਹੁਣ ਤੋਹਫੇ ਤੇ ਗੁੱਸੇ ਦੇ ਵਿੱਚ ਮੈਂ ਫਰਕ ਕਰਨ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਤਕਰੀਬਨ ਇਸ ਮੁੱਦੇ ਤੇ ਇੱਕਮਿੱਕ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਛੱਡ ਕੇ। ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੋਵੇ, ਇਹ ਪਹਿਲੀ ਗੱਲ ਨਹੀਂ। ਪੰਜਾਬ ਦੇ ਵਿੱਚ BSF ਦਾ ਅਧਿਕਾਰ ਖੇਤਰ ਵਧਾਇਆ, ਫਿਰ ਭਾਖੜਾ ਤੇ ਪਹਿਰੇਦਾਰੀ ਦੀ ਜ਼ਿੰਮੇਵਾਰੀ ਪੰਜਾਬ ਤੇ ਹਰਿਆਣਾ ਦੇ ਸੁਰੱਖਿਆ ਕਰਮਚਾਰੀਆਂ ਤੋਂ ਖੋਹ ਕੇ CRPF ਨੂੰ ਦੇ ਦਿੱਤੀ ਗਈ। ਹੁਣ ਚੰਡੀਗੜ੍ਹ ਦੇ ਸਰਕਾਰੀ ਜਿਹੜੇ ਸੇਵਾਵਾਂ ਕਰਨ ਵਾਲੇ ਅਧਿਕਾਰੀ ਨੇ, ਕਰਮਚਾਰੀ ਨੇ, ਉਹਨਾਂ ਨੂੰ ਕੇਂਦਰ ਦੇ ਕਾਨੂੰਨਾਂ ਹੇਠ ਲਿਆਂਦਾ ਜਾ ਰਿਹਾ ਹੈ। ਇੱਕ ਪਾਸੇ ਚੰਡੀਗੜ੍ਹ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਵਾਸਤੇ ਖੁਸ਼ੀ ਦੀ ਗੱਲ ਹੈ, ਕਿਉਂਕਿ ਉਹਨਾਂ ਦੀਆਂ ਤਨਖਾਹਾਂ ਵਧਣਗੀਆਂ, ਉਹਨਾਂ ਦੀਆਂ ਸਹੂਲਤਾਂ ਵੀ ਵਧਣਗੀਆਂ, ਪਰ ਇਹ ਪੰਜਾਬ ਦੇ ਹੱਕਾਂ ਤੇ ਡਾਕਾ ਹੈ। ਕਿਉਂਕਿ ਭਾਵੇਂ ਅੱਜ ਕਿਸੇ ਵੀ ਪਾਰਟੀ ਦੇ ਏਜੰਡੇ ਤੇ ਚੰਡੀਗੜ੍ਹ ਨੂੰ ਵਾਪਸ ਪੰਜਾਬ ਨੂੰ ਮਿਲਣਾ ਚਾਹੀਦਾ ਹੈ, ਇਹ ਹੈ ਨਹੀਂ। ਜੇ ਹੈ ਤਾਂ ਸਿਰਫ ਖਾਨਾ ਪੂਰਤੀ ਹੈ, ਤੋਂ ਵੱਧ ਕੁਝ ਨਹੀਂ। ਚੰਡੀਗੜ੍ਹ ਦੇ ਉੱਤੇ, ਇਸ ਇਲਾਕੇ ਦੇ ਉੱਤੇ ਜੇਕਰ ਕਿਸੇ ਦਾ ਹੱਕ ਆ, ਉਹ ਸਿਰਫ ਤੇ ਸਿਰਫ ਪੰਜਾਬ ਦਾ ਹੈ। ਜਿੰਨੇ ਵੀ ਸਮਝੌਤੇ ਹੋਏ ਨੇ, ਸਾਰਿਆਂ ਸਮਝੌਤਿਆਂ ਦੇ ਵਿੱਚ ਸਾਫ਼ ਤੌਰ ਤੇ ਅੰਕਿਤ ਹੈ। ਹਰਿਆਣੇ ਨੂੰ ਕੁਝ ਸਮਾਂ ਵੀ ਮਿਲਿਆ ਹੈ ਤਾਂ ਕੋਈ ਆਪਣੀ ਰਾਜਧਾਨੀ ਭਾਵੇਂ ਪੰਚਕੂਲੇ ਬਣਾਵੇ, ਗੜਗਾਉਂ 'ਚ ਬਣਾਵੇ, ਨੋਇਡਾ 'ਚ ਬਣਾਵੇ ਜਾਂ ਕਿਤੇ ਹੋਰ ਬਣਾਵੇ, ਕਿਉਂਕਿ ਅੱਜ ਤੱਕ ਜਿੰਨੇ ਵੀ ਇੱਕ ਸੂਬੇ 'ਚੋਂ ਨਵੇਂ ਸੂਬੇ ਬਣਦੇ ਰਹੇ ਹੈ, ਨਵਾਂ ਸੂਬਾ ਆਪਣੀ ਰਾਜਧਾਨੀ ਵੱਖਰੀ ਬਣਾਉਂਦਾ ਰਿਹਾ ਹੈ। ਕੇਂਦਰ ਸਰਕਾਰ ਦੇ ਵੱਲੋਂ 1970 ਤੋਂ ਤੇ 1985 'ਚ ਵੀ
ਕਈ ਵਾਰੀ ਵੱਡੀਆਂ ਰਕਮਾਂ ਹਰਿਆਣੇ ਨੂੰ ਦਿੱਤੀਆਂ ਗਈਆਂ ਨੇ, ਭਾਵੇਂ ਸਿੱਧੇ ਤੌਰ ਤੇ ਨਹੀਂ, ਪਰ ਬਹੁਤ ਸਾਰੇ ਤਰੀਕੇ ਸੀ ਜਿਹਦੇ ਕਰਕੇ ਉਹ ਆਪਣੇ ਵੱਡੇ ਸ਼ਹਿਰਾਂ ਦੀ ਸਥਾਪਨਾ ਕਰਨ ਦੇ ਵਿੱਚ ਉਹਨਾਂ ਦੀ ਮਦਦ ਉਹ ਕਰਦਾ ਰਿਹਾ। ਪਰ ਹਰਿਆਣੇ ਨੇ ਫਿਰ ਵੀ ਚੰਡੀਗੜ੍ਹ ਦੇ ਉੱਤੇ ਆਪਣਾ ਹੱਕ ਨਹੀਂ ਛੱਡਿਆ ਤੇ ਹੁਣ ਕੇਂਦਰ ਨੇ ਪੰਜਾਬ ਦੀ ਰਾਜਧਾਨੀ ਨੂੰ ਵਾਪਸ ਪੰਜਾਬ ਨੂੰ ਸੌਂਪਣ ਦੀ ਬਜਾਏ ਉਹਨੂੰ ਸਿੱਧਾ ਆਪਣੇ ਹੇਠ ਕਾਬੂ ਕਰਨਾ ਸ਼ੁਰੂ ਕਰ ਦਿੱਤਾ। ਹੁਣ ਤੋਹਫੇ ਦਾ ਜ਼ਿਕਰ ਜਿਹੜਾ ਮੈਂ ਕਰ ਰਿਹਾ ਸੀ, ਮੈਂ ਇੱਥੇ ਤੁਹਾਨੂੰ ਉਸ ਮੌਕੇ ਤੇ ਲਿਆਉਣਾ ਚਾਹੁੰਦਾ ਜਦੋਂ ਚੋਣ ਪ੍ਰਚਾਰ ਸੀ ਔਰ ਚੋਣਾਂ ਤੋਂ ਪਹਿਲਾਂ ਇਹ ਖਬਰਾਂ ਅਕਸਰ ਮਿਲਦੀਆਂ ਸੀ ਕਿ ਪੰਜਾਬ ਨੂੰ ਗੱਫੇ ਮਿਲਣਗੇ, ਪੰਜਾਬ ਨੂੰ ਭਾਜਪਾ ਤੋਹਫੇ ਦਿਓ, ਤੇ ਉਹ ਗੱਲਾਂ ਜਿਹੜੀਆਂ ਚੱਲੀਆਂ ਤੁਸੀਂ ਸੁਣੀਆਂ ਵੀ ਹੋਣਗੀਆਂ, ਤੁਸੀਂ ਪੜ੍ਹੀਆਂ ਵੀ ਹੋਣਗੀਆਂ। ਉਹਨਾਂ ਤੋਹਫਿਆਂ ਦੇ ਵਿੱਚ ਇੱਕ ਤੋਹਫਾ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਸ਼ਾਇਦ ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ ਜਾਊ। ਪਰ ਹੁਣ ਹਾਰ ਦੇ ਬਾਅਦ ਕੀ ਇਹ ਨਿਰਾਸ਼ਾ ਹੈ, ਕੀ ਇਹ ਖਿਝ ਹੈ, ਕੀ ਇਹ ਬਦਲੇ ਦੀ ਭਾਵਨਾ ਹੈ, ਕਿ ਆਮ ਆਦਮੀ ਪਾਰਟੀ ਜਿਹੜੀ ਜਿੱਤ ਹੋਈ ਹੈ ਇਹ ਉਹਦਾ ਬਦਲਾ ਇੱਕ ਗੁੱਸਾ ਕੱਢਿਆ ਜਾ ਰਿਹਾ ਹੈ, ਜਾਂ ਪੰਜਾਬ ਨੂੰ ਤੰਗ ਕੀਤਾ ਜਾ ਰਿਹਾ ਹੈ? ਉਹ ਜਿੱਤੇ ਆਪ ਵਾਲੇ ਨੇ ਤੇ ਤੰਗ ਪੰਜਾਬ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਉਹ ਇਸ ਮੁੱਦੇ ਨੂੰ ਕਿੰਨੀ ਕੁ ਅਹਿਮੀਅਤ ਦਿੰਦੇ ਆ, ਇਹ ਆਉਣ ਵਾਲਾ ਸਮਾਂ ਦੱਸੂ। ਸਿਰਫ ਇੱਕ ਟਵੀਟ ਕਰਕੇ ਮੀਡੀਆ ਨੂੰ ਸ਼ਾਂਤ ਕਰਨ ਦਾ ਯਤਨ ਤਾਂ ਨਹੀਂ ਕੀਤਾ ਗਿਆ। ਕੀ ਸੱਚਮੁੱਚ ਉਹ ਸੁਹਿਰਦ ਨੇ? ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕਿੰਨੀ ਕੁ ਸੁਹਿਰਦਤਾ ਦੇ ਨਾਲ ਇਸ ਮੁੱਦੇ ਨੂੰ ਉਹ ਚੁੱਕਦੇ ਆ, ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਉਹ ਲੋਕਾਂ ਦੇ ਦਿਲਾਂ 'ਚੋਂ, ਲੋਕਾਂ ਦੀਆਂ ਜ਼ਿੰਦਗੀਆਂ 'ਚੋਂ ਡਰ ਕੱਢ ਰਹੇ ਨੇ ਮਾਫੀਆ ਦਾ। ਸ਼ਾਇਦ ਬਾਕੀਆਂ ਨੂੰ ਇਸੇ ਗੱਲ ਦਾ ਡਰ ਲੱਗਣ ਲੱਗ ਪਿਆ ਕਿ ਮਾਫੀਆ ਕਿਸੇ ਵੀ ਕਿਸਮ ਦਾ ਹੋ ਸਕਦਾ ਉਹ ਕੇਬਲ ਵਾਲਾ ਹੋ ਸਕਦਾ, ਉਹ ਟਰਾਂਸਫਰ ਹੋ ਸਕਦਾ ਹੈ, ਉਹ ਟਰਾਂਸਪੋਰਟ ਦਾ ਹੋ ਸਕਦਾ ਹੈ, ਉਹ ਕੇਬਲ ਦਾ ਹੋ ਸਕਦਾ ਹੈ, ਉਹ ਭ੍ਰਿਸ਼ਟਾਚਾਰ ਵਾਲੇ ਲੋਕਾਂ ਦਾ ਹੋ ਸਕਦਾ ਹੈ। ਸੋ ਕਹਿਣ ਦਾ ਭਾਵ ਇੱਕ ਪਾਸੇ ਤਾਂ ਲੋਕਾਂ ਦੀਆਂ ਜ਼ਿੰਦਗੀਆਂ 'ਚੋਂ ਡਰ ਕੱਢਣ ਲੱਗੇ ਹੋਏ ਨੇ ਤੇ ਦੂਸਰਾ ਆ ਡਰ ਪੈਦਾ ਕੀਤਾ ਜਾ ਰਿਹਾ ਹੈ। ਹੁਣ ਮੁਸ਼ਕਲਾਂ ਨੇ, ਪਰ ਇਹਨਾਂ ਦੇ ਵਿੱਚ ਯੋਗਦਾਨ ਕੌਣ ਪਾ ਰਿਹਾ ਹੈ? ਕੀ ਇਹ ਨਵੀਆਂ ਸਮੱਸਿਆਵਾਂ ਨੇ ਜਾਂ ਇਹ ਪੁਰਾਣੀਆਂ ਸਮੱਸਿਆਵਾਂ ਨੇ? ਅੱਜ ਤੱਕ ਅਕਾਲੀ ਤੇ ਕਾਂਗਰਸੀ ਆਗੂਆਂ ਨੇ ਕਦੇ ਰਾਜੀਵ ਲੌਂਗੋਵਾਲ ਸਮਝੌਤੇ ਨੂੰ ਜ਼ਿੰਮੇਵਾਰ ਠਹਿਰਾਇਆ, ਕਦੇ ਪੰਜਾਬ ਪ੍ਰਤੀ ਨਫ਼ਰਤ ਦੱਸ ਦਿੱਤੀ। ਅਸਲ ਦੇ ਵਿੱਚ ਮੁਸ਼ਕਲ ਕੀ ਹੈ ਕਿ ਜਿੰਨੇ ਵੀ ਅੱਜ ਤੱਕ ਆਗੂ ਪੰਜਾਬ ਦੀ ਸੱਤਾ ਤੇ ਕਾਬਜ਼ ਹੁੰਦੇ ਰਹੇ, ਉਹਨਾਂ ਨੇ ਪੰਜਾਬ ਦੇ ਅਸਲ ਮੁੱਦੇ ਕੀ ਸੀ, ਉਹਨਾਂ ਨੂੰ ਕਿਵੇਂ ਨਜਿੱਠਿਆ ਜਾਂਦਾ, ਅਸਲ ਦੇ ਵਿੱਚ ਉਹਨਾਂ ਮੁੱਦਿਆਂ ਦੇ ਪ੍ਰਤੀ ਕਦੀ ਸੰਜੀਦਗੀ ਦਿਖਾਈ ਨਹੀਂ, ਸੰਜੀਦਾ ਕਦਮ ਕਦੇ ਉਠਾਏ ਨਹੀਂ। ਉਠਾਇਆ ਕੀ? ਗੱਠਜੋੜ ਸਰਕਾਰਾਂ ਸੈਂਟਰ 'ਚ ਵੀ ਬਣਦੀਆਂ ਰਹੀਆਂ ਨੇ, ਮਿਨਿਸਟਰੀਆਂ ਤੱਕ। ਬਸ 56 ਸਾਲਾਂ ਤੱਕ ਇਹ ਧੱਕਾ ਖਤਮ ਨਹੀਂ ਕਰਵਾ ਸਕੇ। ਕਾਂਗਰਸੀ ਆਗੂ ਮੰਨਦੇ ਆ ਕਿ ਉਹਨਾਂ ਦੀ ਭਾਈ ਹਾਈ ਕਮਾਂਡ ਹੈ, ਉਹ ਆਪਣੀ ਹਾਈ ਕਮਾਂਡ ਦੇ ਵਿਰੁੱਧ ਜ਼ੁਬਾਨ ਕੱਢ ਨਹੀਂ ਸਕਦੇ, ਬੋਲ ਨਹੀਂ ਸਕਦੇ। ਪਰ ਕੀ ਅਕਾਲੀ ਦੱਸ ਸਕਦਾ ਕਿ ਉਹਨਾਂ ਦੀ ਹਾਈ ਕਮਾਂਡ ਕਿਹੜੀ ਹੈ? ਉਹ ਤਾਂ ਨਹੀਂ ਨਾ ਕਿਸੇ ਕਮਾਂਡ ਤੋਂ ਡਰਦੇ, ਉਹ ਤਾਂ ਕਮਾਂਡ ਆਪ ਲੈਣੀ ਆ, ਆਪ ਕਮਾਂਡ ਦੇਣੀ ਹੈ। ਦੱਸਣ ਉਹ ਕਿ ਉਹ ਕਿਹੜੀ ਹਾਈ ਕਮਾਂਡ ਤੋਂ ਡਰਦੇ ਆ। ਉਹ ਹਮੇਸ਼ਾ ਕਹਿੰਦੇ ਨੇ ਕਿ ਕਾਂਗਰਸ ਵਾਲਿਆਂ ਨੂੰ ਦਿੱਲੀੋਂ ਚਲਾਇਆ ਜਾਂਦਾ ਹੈ। ਆਮ ਆਦਮੀ ਪਾਰਟੀ ਤੇ ਵੀ ਦੋਸ਼ ਇਹੀ ਨੇ ਕਿ ਭਾਈ ਦਿੱਲੀੋਂ ਚੱਲਦੀ ਹੈ। ਅਕਾਲੀ ਤਾਂ ਦੱਸ ਸਕਦੇ ਆ ਨਾ ਕਿ ਸਾਨੂੰ ਤਾਂ ਨਹੀਂ ਦਿੱਲੀੋਂ ਚਲਾਇਆ ਜਾਂਦਾ। ਹੁਣ ਭਾਜਪਾ ਦੇ ਨਾਲ ਸਰਕਾਰਾਂ ਚਲਾਉਂਦੇ ਰਹੇ ਪਰ ਆਹ ਸਮਝੌਤੇ ਲਾਗੂ ਕਿਉਂ ਨਹੀਂ ਕਰਵਾਏ? ਕਾਰਨ ਹੈ ਕਿ ਕੇਂਦਰ ਦੇ ਵਿੱਚ ਵਜ਼ੀਰੀ ਲੈਣ ਦੇ ਵਾਸਤੇ ਬਸ ਇਹਦੇ ਤੋਂ ਇਲਾਵਾ ਕੁਛ ਨਹੀਂ। ਮੰਗ ਕੀਤੀ ਜਾਂਦੀ ਸੀ ਕਿ ਸਾਨੂੰ ਵਜ਼ੀਰੀ ਦੇ ਦਿਓ, 5 ਕਰੋ 50 ਕਰੋ। ਜੇ ਸੱਚੀ ਲਗਨ ਦੇ ਨਾਲ ਪਰਿਵਾਰਵਾਦ ਤੋਂ ਉੱਪਰ ਉੱਠਿਆ ਜਾਂਦਾ, ਵਜ਼ੀਰੀਆਂ ਤੱਕ ਸੀਮਤ ਨਾ ਰਿਹਾ ਜਾਂਦਾ, ਇਹ ਆਖਿਆ ਜਾ ਸਕਦਾ ਹੈ ਕਿ ਵਜ਼ੀਰੀਆਂ ਨਿਸਰੀਆਂ ਤੇ ਮੰਗਾਂ ਵਿਸਰੀਆਂ। ਵਜ਼ੀਰੀ ਲੈ ਕੇ ਸੰਤੁਸ਼ਟ ਹੁੰਦੇ ਰਹੇ ਨੇ ਤੇ ਅੱਜ ਇਹ ਸਾਰੀਆਂ ਧਿਰਾਂ, ਭਾਵੇਂ ਪੰਥਕ ਨੇ ਤੇ ਭਾਵੇਂ ਬਾਕੀ ਦੀਆਂ ਸਿਆਸੀ ਧਿਰਾਂ ਨੇ, ਕਿ ਹੁਣ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੀਆਂ ਜਾਂ ਜ਼ਿੰਮੇਵਾਰੀਆਂ ਨਿਭਾਉਣਾ ਚਾਹੁੰਦੇ ਨੇ ਕਿ ਸਿਰਫ ਸੋਸ਼ਲ ਮੀਡੀਆ ਤੇ ਟਵਿੱਟਰ ਦੇ ਉੱਤੇ ਟਵੀਟ ਕਰ ਦਿੱਤਾ, ਪੋਸਟਾਂ ਪਾ ਦਿੱਤੀਆਂ, ਇੱਥੇ ਤੱਕ ਹੀ ਕੰਮ ਰਹੂ। BSF ਦਾ ਅਧਿਕਾਰ ਖੇਤਰ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਉਹ ਮਸਲਾ ਤਕਰੀਬਨ ਸੋਸ਼ਲ ਮੀਡੀਆ ਤੇ ਛਾਇਆ ਰਿਹਾ, ਪਰ ਸਾਰੇ ਚੁੱਪ ਨੇ। ਹੁਣ ਪੰਜਾਬ ਦੀਆਂ ਸਿਆਸੀ ਧਿਰਾਂ ਦੇਖਦੀਆਂ ਕਿ ਖੁਦ ਇਹਦੇ ਤੇ ਲੜਾਈ ਲੜਦੀਆਂ ਨੇ ਜਾਂ ਇਹ ਲੜਾਈ ਵੀ ਆਮ ਲੋਕਾਂ ਨੂੰ ਲੜਨੀ ਪਊ। ਜੇਕਰ ਇਹ ਲੜਾਈ ਵੀ ਆਮ ਲੋਕਾਂ ਨੇ ਲੜਨੀ ਹੈ ਤਾਂ ਫਿਰ ਇਹ ਦੱਸ ਸਕਦੇ ਆ ਕਿ ਕੀ ਸਿਰਫ ਸੱਤਾ ਦਾ ਸੁੱਖ ਮਾਣਨ ਜਾਂਦੇ ਆ? ਕਿੰਨੇ ਦਹਾਕੇ ਹੋ ਗਏ ਲਗਾਤਾਰ ਇਹ ਤਾਂ ਮਸਲੇ ਜਿਉਂਦੀ ਤਿਉਂ ਖੜੇ ਨੇ। ਵਿਧਾਇਕਾਂ ਦੀ ਪੈਨਸ਼ਨ ਵੀ ਤੁਹਾਨੂੰ ਮਿਲੇ, ਭੱਤੇ ਵੀ ਤੁਹਾਨੂੰ ਮਿਲਣ, ਲਾਲ ਬੱਤੀਆਂ ਵੀ ਤੁਹਾਨੂੰ ਮਿਲਣ, ਕੁਰਸੀਆਂ ਵੀ ਤੁਹਾਨੂੰ ਮਿਲਣ, ਵਜ਼ੀਰੀਆਂ ਵੀ ਤੁਹਾਨੂੰ ਮਿਲਣ ਤੇ ਤੁਹਾਡੇ ਧੀਆਂ ਪੁੱਤਾਂ ਨੂੰ ਮਿਲਣ, ਤੇ ਹੱਕਾਂ ਦੀ ਲੜਾਈ ਸਿਰਫ ਲੋਕ ਲੜਨ। ਉਮੀਦ ਹੈ ਕਿ ਹਲੂਣੇ ਹੀ ਦੇ ਸਕਦੇ ਆ
ਕਿ ਆਹ ਮਸਲੇ ਵੱਡੇ ਆ, ਇਹਨਾਂ ਵੱਲ ਧਿਆਨ ਦਿੱਤਾ ਜਾਵੇ। ਪਰ ਹੁਣ ਅਗਲੀ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਕਿਸਾਨ ਆਗੂ ਰਾਕੇਸ਼ ਟਕੈਤ, ਵੱਡੇ ਆਗੂ ਨੇ, ਉੱਘੇ ਕਿਸਾਨ ਆਗੂ ਨੇ, ਉਹਨਾਂ ਨੂੰ ਧਮਕੀ ਦਿੱਤੀ ਗਈ ਹੈ। ਕਿਸੇ ਵਿਅਕਤੀ ਨੇ ਉਹਨਾਂ ਨੂੰ ਫੋਨ ਕੀਤਾ, ਫੋਨ ਕਰਕੇ ਜਾਨੋਂ ਮਾਰ ਦੀ ਧਮਕੀ ਵੀ ਦਿੱਤੀ ਹੈ ਤੇ ਅਪਸ਼ਬਦ ਵੀ ਬੋਲੇ ਨੇ, ਗਾਲੀ ਗਲੋਚ ਵੀ ਕੀਤਾ ਹੈ। ਇਹ ਜਾਣਕਾਰੀ ਮੁਜ਼ੱਫਰਨਗਰ ਦੇ ਐਸਐਸਪੀ ਨੇ ਦਿੱਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਪੁਲਿਸ ਨੇ ਰਾਕੇਸ਼ ਟਕੈਤ ਦੇ ਡਰਾਈਵਰ ਦੀ ਸ਼ਿਕਾਇਤ ਦੇ ਆਧਾਰ ਤੇ ਸਿਵਲ ਲਾਈਨਜ਼ ਥਾਣੇ ਦੇ ਵਿੱਚ ਇਹ ਮੁਕੱਦਮਾ ਦਰਜ ਕਰ ਲਿਆ ਤੇ ਇਹਦੀ ਜਾਂਚ ਵੀ ਵਿੱਢ ਦਿੱਤੀ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਇੱਕ ਸੀਨੀਅਰ ਸਬ ਇੰਸਪੈਕਟਰ ਦੀ ਅਗਵਾਈ ਦੇ ਵਿੱਚ ਇੱਕ ਪੁਲਿਸ ਟੀਮ ਵੀ ਗਠਿਤ ਕਰ ਦਿੱਤੀ ਗਈ ਹੈ ਅਤੇ ਉਹ ਟੀਮ ਟਕੈਤ ਸਾਹਿਬ ਦੇ ਘਰ ਵੀ ਪਹੁੰਚੀ। ਉਹਨਾਂ ਨੇ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਵੀ ਕੀਤੀ ਅਤੇ ਜਾਣਕਾਰੀ ਪ੍ਰਾਪਤ ਕੀਤੀ ਕਿ ਕੀ ਆਖਿਆ, ਕਿੱਥੋਂ ਕਾਲ ਆਈ ਸੀ, ਤੇ ਉਹ ਕਾਲ ਨੰਬਰ ਲੈ ਕੇ ਉਹਦੀ ਡਿਟੇਲ ਵੀ ਕਢਵਾਈ ਜਾ ਰਹੀ ਹੈ, ਜਾਂਚ ਕੀਤੀ ਜਾ ਰਹੀ ਹੈ ਕਿ ਰਾਕੇਸ਼ ਟਕੈਤ ਨੂੰ ਧਮਕੀ ਦੇਣ ਵਾਲਾ ਵਿਅਕਤੀ, ਉਹਦਾ ਨੰਬਰ, ਉਹਦੀ ਲੋਕੇਸ਼ਨ ਕੀ ਸੀ। ਉਹ ਕਹਿੰਦੇ ਸਾਨੂੰ ਉਮੀਦ ਹੈ ਕਿ ਇਸ ਸਬੰਧ ਦੇ ਵਿੱਚ ਅਸੀਂ ਜਲਦੀ ਕੋਈ ਨਾ ਕੋਈ ਗ੍ਰਿਫਤਾਰੀ ਜ਼ਰੂਰ ਕਰਾਂਗੇ। ਦੱਸਣਾ ਬਣਦਾ ਹੈ ਕਿ ਕਿਸਾਨ ਆਗੂ ਰਾਕੇਸ਼ ਟਕੈਤ ਨੂੰ ਇਹ ਪਹਿਲੀ ਵਾਰ ਧਮਕੀ ਨਹੀਂ ਮਿਲੀ, ਇਹਦੇ ਤੋਂ ਪਹਿਲਾਂ ਵੀ ਕਈ ਵਾਰੀ ਉਹਨਾਂ ਨੂੰ ਧਮਕੀਆਂ ਮਿਲਦੀਆਂ ਰਹੀਆਂ ਨੇ। ਜਦੋਂ ਕਿਸਾਨੀ ਸੰਘਰਸ਼ ਚੱਲ ਰਿਹਾ ਸੀ ਉਦੋਂ ਵੀ ਅਤੇ ਸੰਘਰਸ਼ ਤੋਂ ਬਾਅਦ ਵੀ। ਪਰ ਟਕੈਤ ਸਾਹਿਬ ਕਹਿੰਦੇ ਰਹੇ ਨੇ ਕਿ ਉਹ ਧਮਕੀਆਂ ਤੋਂ ਡਰਨ ਵਾਲੇ ਨਹੀਂ। ਜੇਕਰ ਕਿਸੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਤਾਂ ਉਹਨਾਂ ਦੇ ਸਾਹਮਣੇ ਆ ਕੇ ਅੱਖ 'ਚ ਅੱਖ ਪਾ ਕੇ ਗੱਲਬਾਤ ਕਰ ਲਵੇ। ਤੇ ਅਗਲੀ ਪੰਜਾਬ ਦੀ ਕਿਸਾਨੀ ਵਾਸਤੇ ਬਹੁਤ ਵੱਡੀ ਤੇ ਮਹੱਤਵਪੂਰਨ ਖਬਰ ਹੈ। ਹਰ ਵਰੇ ਕਿਸਾਨ ਆਪਣੀ ਫਸਲ ਬੀਜਦਾ ਵੀ ਹੈ, ਕਈ ਤਰ੍ਹਾਂ ਦੀਆਂ ਫਸਲਾਂ ਨੇ, ਕੋਈ ਤੇ ਕੋਈ ਉਹ ਮੰਡੀ 'ਚ ਵੀ ਲੈ ਕੇ ਜਾਂਦਾ ਤੇ ਮੰਡੀਆਂ 'ਚ ਕਿਸਾਨ ਰੁਲਦਾ ਵੀ ਹੈ। ਪਰ ਹੁਣ ਪੰਜਾਬ ਦੇ ਵਿੱਚ ਸੱਤਾ ਦੀ ਤਬਦੀਲੀ ਹੋਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਚੱਲ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ, ਪੰਜਾਬ ਦੇ ਕਿਸਾਨਾਂ ਨੂੰ ਇੱਕ ਯਕੀਨ ਦਿਵਾਇਆ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਦਾ ਇੱਕ ਇੱਕ ਦਾਣਾ ਪੰਜਾਬ ਸਰਕਾਰ ਚੁੱਕੇਗੀ। ਇਹ ਉਹਨਾਂ ਨੇ ਟਵੀਟ ਕੀਤਾ ਹੈ। ਟਵੀਟ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਦਾ ਇੱਕ ਇੱਕ ਦਾਣਾ ਪੰਜਾਬ ਸਰਕਾਰ ਚੁੱਕੇਗੀ। ਮੰਡੀਆਂ 'ਚ ਕਿਸਾਨਾਂ ਦੇ ਰੁਲਣ ਦਾ ਜ਼ਮਾਨਾ ਬੀਤ ਗਿਆ, ਮੇਰੇ ਉੱਤੇ ਯਕੀਨ ਰੱਖੋ। ਇੰਨਾ ਉਹਨਾਂ ਨੇ ਲਿਖ ਕੇ ਟਵੀਟ ਕੀਤਾ ਹੈ। ਹੁਣ ਦੇਖਦੇ ਹਾਂ ਕਿ ਟਵੀਟ ਹੈ ਜਾਂ ਜ਼ਮੀਨੀ ਹਕੀਕਤਾਂ ਵੀ ਇਹੀ ਹੋਣਗੀਆਂ। ਦੱਸਣਾ ਬਣਦਾ ਕਿ ਪੰਜਾਬ ਸਰਕਾਰ ਨੇ ਸਾਲ 2022 ਤੇ 23 ਲਈ ਕਣਕ ਦੀ ਖਰੀਦ ਦੀ ਨੀਤੀ ਜਾਰੀ ਕਰ ਦਿੱਤੀ ਹੈ, ਜਿਸ ਅਨੁਸਾਰ ਭਾਰਤੀ ਖੁਰਾਕ ਨਿਗਮ ਐਤਕੀ ਪੰਜਾਬ ਦੇ ਵਿੱਚੋਂ 12.60% ਕਣਕ ਖਰੀਦੂ। ਬੀਤੇ ਵਰ੍ਹਿਆਂ ਵਿੱਚ ਭਾਰਤੀ ਖੁਰਾਕ ਨਿਗਮ ਦੇ ਵੱਲੋਂ ਇਹ ਖਰੀਦ ਨਾ ਮਾਤਰ ਕੀਤੀ ਜਾਂਦੀ ਸੀ। ਕੌਮਾਂਤਰੀ ਬਾਜ਼ਾਰ ਦੇ ਵਿੱਚ ਕਣਕ ਦੀ ਮੰਗ ਵੀ ਵਧੀ ਹੈ। ਉਹਦੇ ਮੱਦੇਨਜ਼ਰ ਭਾਰਤੀ ਖੁਰਾਕ ਨਿਗਮ ਨੇ ਖਰੀਦ ਦਾ ਟੀਚਾ ਵੀ ਵਧਾਇਆ ਹੈ ਤਾਂ ਜੋ ਉਹ ਪੰਜਾਬ ਦੇ ਵਿੱਚੋਂ ਕਣਕ ਵੱਧ ਖਰੀਦ ਕੇ ਦੂਜੇ ਸੂਬਿਆਂ ਦੀ ਅਨਾਜ ਦੀ ਪੂਰਤੀ ਵੀ ਕਰ ਸਕੇ। ਪੰਜਾਬ ਸਰਕਾਰ ਨੇ ਇਸ ਨੀਤੀ ਦੇ ਤਹਿਤ 132 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਦਾ ਟੀਚਾ ਤੈਅ ਕਰ ਦਿੱਤਾ ਹੈ ਤੇ ਨਾਲ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਦੇ ਵੱਲੋਂ ਕਣਕ ਦੀ ਖਰੀਦ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਨਕਦ ਕਰਜ਼ਾ ਹੱਦ ਭਾਵ CCL ਪ੍ਰਾਪਤ ਕਰਨ ਲਈ ਠੋਸ ਕਦਮ ਚੁੱਕੇ ਗਏ ਸੀ ਤੇ ਉਹਨਾਂ ਦੇ ਯਤਨਾਂ ਦੇ ਸਦਕਾ ਭਾਰਤੀ ਰਿਜ਼ਰਵ ਬੈਂਕ ਨੇ ਹਾੜੀ ਦੇ ਖਰੀਦ ਸੀਜ਼ਨ ਦੇ ਦੌਰਾਨ ਪੰਜਾਬ ਵਿੱਚ ਕਣਕ ਦੀ ਖਰੀਦ ਲਈ ਅਪ੍ਰੈਲ 2022 ਦੇ ਅਖੀਰ ਤੱਕ 24,773 ਕਰੋੜ ਤੋਂ ਵੱਧ ਦੇ ਨਕਦ ਕਰਜ਼ੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਸੀਜ਼ਨ ਲਈ 132 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਲਈ ਜਿਹੜੀ ਮੰਗੀ ਗਈ ਸੀ CCL, ਉਹਦਾ ਵੱਡਾ ਹਿੱਸਾ ਕੇਂਦਰੀ ਬੈਂਕ ਨੇ ਜਾਰੀ ਵੀ ਕਰ ਦਿੱਤਾ ਹੈ। ਕਣਕ ਦੀ ਖਰੀਦ 1 ਅਪ੍ਰੈਲ ਤੋਂ 1 ਅਪ੍ਰੈਲ ਤੋਂ ਸ਼ੁਰੂ ਕਰਕੇ 31 ਮਈ ਤੱਕ ਹੋਵੇਗੀ। ਕੇਂਦਰ ਸਰਕਾਰ ਨੇ ਇਸ ਸਾਲ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਬੀਤੇ ਵਰ੍ਹੇ ਦੇ ਨਾਲੋਂ 40 ਰੁਪਏ ਦਾ ਇਜ਼ਾਫਾ ਕੀਤਾ ਹੈ ਅਤੇ 2015 ਰੁਪਏ ਪ੍ਰਤੀ ਕੁਇੰਟਲ ਕਣਕ ਦਾ ਰੇਟ ਤੈਅ ਕੀਤਾ ਹੈ, ਜਦੋਂ ਕਿ ਬੀਤੇ ਵਰ੍ਹੇ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 1975 ਰੁਪਏ ਪ੍ਰਤੀ ਕੁਇੰਟਲ ਸੀ। ਹੁਣ ਜਿਹੜੀ ਗੱਲ ਦੀ ਜਾਣਕਾਰੀ ਟਵੀਟ ਕਰਕੇ ਭਗਵੰਤ ਮਾਨ ਹੋਰਾਂ ਨੇ ਦਿੱਤੀ ਹੈ, ਜਿਹੜੀ ਸੰਬੰਧਿਤ ਮੰਤਰੀ ਸਾਹਿਬ ਨੇ ਦਿੱਤੀ ਹੈ, ਜੇਕਰ ਸੱਚਮੁੱਚ ਇਸੇ ਤਰੀਕੇ ਨਾਲ ਇਹ ਸਾਰੇ ਪ੍ਰਬੰਧ ਜਿਹੜੇ ਕਹਿੰਦੇ ਨੇ ਮੁਕੰਮਲ ਕਰ ਲਿਆ ਤੇ ਹਾਲੇ ਕਣਕ ਜਾਣੀ ਸ਼ੁਰੂ ਨਹੀਂ ਹੋਈ, ਉਹਦੇ ਤੋਂ ਪਹਿਲਾਂ ਅਸੀਂ ਪ੍ਰਬੰਧ ਮੁਕੰਮਲ ਕਰ ਲਏ ਨੇ, ਜੇਕਰ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਰੁਲਣਾ ਨਾ ਪਿਆ, ਜੇਕਰ ਕਿਸਾਨਾਂ ਦੀ ਕਣਕ ਦਾ ਇੱਕ ਇੱਕ ਦਾਣਾ ਉਹਨਾਂ ਦੇ ਟਵੀਟ ਅਨੁਸਾਰ ਚੁੱਕ ਲਿਆ ਗਿਆ, ਫਿਰ ਕਿਸਾਨ ਖੁਸ਼ ਹੋਊਗਾ, ਫਿਰ ਸੱਚਮੁੱਚ ਲੱਗੂਗਾ ਕਿ ਹਾਂ ਸੱਚਮੁੱਚ ਸੱਤਾ ਦੀ ਤਬਦੀਲੀ ਹੋਈ ਹੈ।
ਪਰ ਅੱਜ ਤੱਕ ਸਰਕਾਰਾਂ ਪਹਿਲੀਆਂ ਵੀ ਇਹ ਕਹਿੰਦੀਆਂ ਰਹੀਆਂ ਨੇ, ਪਰ ਕਿਸਾਨ 2-2 ਹਫ਼ਤੇ 3-3 ਹਫ਼ਤੇ 4-4 ਹਫ਼ਤੇ ਮੰਡੀਆਂ 'ਚ ਰੁਲਦਾ ਵੀ ਰਿਹਾ ਹੈ ਅਤੇ ਉਹਦੀ ਜਿਣਸ ਨੂੰ, ਉਹਦੀ ਫਸਲ ਨੂੰ ਨੱਕ ਬੁੱਲ ਵੀ ਮਾਰੇ ਜਾਂਦੇ ਰਹੇ ਹੈ। ਇਹ ਇਮਤਿਹਾਨ ਨੇ ਮਾਨ ਸਰਕਾਰ ਦੇ। ਪਹਿਲਾ ਇਮਤਿਹਾਨ, ਹੁਣ ਇਹ ਵੱਡਾ ਇਮਤਿਹਾਨ ਹੈ। ਵੇਖਦੇ ਹਾਂ ਕਿ ਇਸ ਇਮਤਿਹਾਨ ਦੇ ਵਿੱਚੋਂ ਕਿੰਨੇ ਨੰਬਰ ਲੈ ਕੇ ਪਾਸ ਹੁੰਦੇ ਨੇ। ਪਰ ਆਹ ਸੱਚਮੁੱਚ ਕਿਸਾਨੀ ਵਾਸਤੇ ਖੁਸ਼ੀ ਦੀ ਜਾਣਕਾਰੀ ਦਿੱਤੀ ਹੈ। ਵੇਖਦੇ ਹਾਂ ਕਿ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਸੱਚਮੁੱਚ ਇਹ ਜਾਣਕਾਰੀ ਸਹੀ ਸਾਬਤ ਹੁੰਦੀ ਹੈ। ਪਰ ਲੱਗਦਾ ਹੈ ਕਿ ਜਿਸ ਤਰ੍ਹਾਂ ਉਹ ਕਹਿੰਦੇ ਸੀ ਕਿ ਰੁਲਣ ਨਹੀਂ ਦੇਵਾਂਗੇ, ਟਵੀਟ ਕਰਕੇ ਜਾਣਕਾਰੀ ਵੀ ਦਿੱਤੀ ਹੈ ਤੇ ਇਹ ਵੀ ਦੱਸਤਾ ਕਿ ਜਿੰਨੇ ਪੈਸੇ ਚਾਹੀਦੇ ਸੀ ਅਸੀਂ ਬੈਂਕ ਤੋਂ ਰਿਲੀਜ਼ ਵੀ ਕਰਵਾ ਲਏ ਨੇ ਤੇ ਨਾਲੋਂ ਨਾਲ ਅਦਾਇਗੀ ਵੀ ਕੀਤੀ ਜਾਏਗੀ। ਸੋ ਵੇਖਦੇ ਹਾਂ, ਸ਼ਾਇਦ ਇਹਨਾਂ ਚੀਜ਼ਾਂ ਤੋਂ ਹੀ ਇਸ ਵਕਤ ਲੋਕ ਪ੍ਰਭਾਵਿਤ ਹੋ ਰਹੇ ਨੇ ਤੇ ਹੋ ਸਕਦਾ ਕਿ ਇਹ ਪ੍ਰਭਾਵ ਹਿਮਾਚਲ ਦੇ ਵਿੱਚ, ਇਹ ਪ੍ਰਭਾਵ ਹਰਿਆਣੇ ਦੇ ਵਿੱਚ, ਇਹ ਪ੍ਰਭਾਵ ਗੁਜਰਾਤ ਦੀਆਂ ਚੋਣਾਂ ਤੱਕ ਨਾ ਪਹੁੰਚ ਜਾਏ। ਇਸ ਕਰਕੇ ਪੰਜਾਬ ਦੀ ਇਸ ਨਵੀਂ ਚੁਣੀ ਸਰਕਾਰ ਨੂੰ ਚਾਰ ਚਫੇਰਿਓਂ ਘੇਰਾ ਪਾਉਣ ਦੀਆਂ ਕੋਸ਼ਿਸ਼ਾਂ ਨੇ। ਉਮੀਦ ਕਰ ਰਹੇ ਹਾਂ ਤੁਹਾਨੂੰ ਆਪਣਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।